ਹਾਂਜੀ। ਚਲੋ ਜਿਹੜੇ ਨਹੀਂ ਆਏ ਤਾਂ ਹੁਣ ਜਿਹੜੇ ਇੱਥੇ ਹੈਗੇ ਨੇ ਉਹ ਉਹਨਾਂ ਨੂੰ ਦੱਸ ਦੇਣ, ਜਿਨ੍ਹਾਂ ਜਿਨ੍ਹਾਂ ਦੇ ਨਾਲ ਤੁਹਾਡੀ ਗੱਲ ਹੁੰਦੀ ਹੈ। ਤੇ ਜ਼ਿਆਦਾ ਲੰਬੀ ਗੱਲ ਨਹੀਂ ਹੈਗੀ, ਸਿੰਪਲੀ ਇਹ ਆ ਕਿ ਜਿਹੜਾ ਰਿਕਾਰਡਿੰਗ ਵੌਇਸ ਰਿਕਾਰਡਿੰਗ ਪ੍ਰੋਜੈਕਟ ਆ, ਔਰ ਪਹਿਲਾਂ ਜਿਹੜੇ ਆਉਂਦੇ ਸੀਗੇ ਉਹ ਬਹੁਤ ਹੀ ਇਸ ਤਰ੍ਹਾਂ ਦੇ ਸੀਗੇ ਕਿ ਇੱਕ ਤਾਂ ਪੇਮੈਂਟਸ ਪੇ ਰੇਟਸ ਉਹਨਾਂ ਦੇ ਬਹੁਤ ਮਾੜੇ ਸੀਗੇ। ਇਸ ਵਾਰੀ ਹਾਂਜੀ ਕੰਪੈरेटिवली ਜਿਹੜਾ ਪੇ ਰੇਟ ਆ ਉਹ ਅੱਛਾ ਰੇਟ ਹੈਗਾ। ਸੈਕਿੰਡਲੀ ਇਹਨਾਂ ਕੋਲ ਰਿਕਾਰਡਿੰਗ ਵਾਸਤੇ ਕੁਆਲਿਟੀ ਜਿਹੜੀ ਹੈ ਨਾ ਉਹ ਮਿਲ ਨਹੀਂ ਰਹੀ ਮਾਰਕੀਟ ਵਿੱਚ। ਸ਼ਾਇਦ ਜਿਹੜੇ ਵੀ ਤੁਹਾਡੇ ਵਿੱਚੋਂ ਟਰਾਂਸਕ੍ਰਿਪਸ਼ਨ ਦੇ ਪ੍ਰੋਜੈਕਟਸ ਕਰ ਰਹੇ ਨੇ, ਤੁਸੀਂ ਆਪ ਹੀ ਸੁਣ ਰਹੇ ਹੋਵੋਗੇ ਕਿ ਆਡੀਓਜ਼ ਜਿਹੜੀਆਂ ਨਾ ਉਹਦੀ ਕੁਆਲਿਟੀ ਬਹੁਤ ਪੂਅਰ ਹੈ। ਕਿਸੇ ਨੂੰ ਬੋਲਣਾ ਨਹੀਂ ਆਉਂਦਾ, ਕਈਆਂ ਨੂੰ ਸ਼ਬਦਾਂ ਦਾ ਪਤਾ ਨਹੀਂ ਹੈ, ਸਬਜੈਕਟ ਦਾ ਪਤਾ ਨਹੀਂ ਹੈ। ਤੁਸੀਂ ਸਾਰੇ ਅਸੀਂ ਟਰਾਂਸਕ੍ਰਿਪਸ਼ਨ ਕਰਦੇ ਹਾਂ ਤਾਂ ਸਾਨੂੰ ਪਤਾ ਆ ਕਿ ਜਦੋਂ ਰਿਕਾਰਡਿੰਗ ਕਰਨੀ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਕਿਉਂਕਿ ਹੋ ਸਕਦਾ ਇਹੀ ਰਿਕਾਰਡਿੰਗ ਬਾਅਦ ਵਿੱਚ ਸਾਡੇ ਕੋਲ ਵਾਪਸ ਆ ਜਾਵੇ ਟਰਾਂਸਕ੍ਰਿਪਸ਼ਨ ਵਾਸਤੇ। ਸੋ ਪਹਿਲਾਂ ਐਕਚੁਅਲੀ ਸਾਰੇ ਕਲਾਇੰਟਸ ਇਹੀ ਕਰਦੇ ਸੀਗੇ ਕਿ ਰਿਕਾਰਡਿੰਗ ਕਿਸੇ ਹੋਰ ਤੋਂ ਕਰਾਉਂਦੇ ਸੀਗੇ, ਟਰਾਂਸਕ੍ਰਿਪਸ਼ਨ ਕਿਸੇ ਹੋਰ ਤੋਂ। ਇਹ ਇਸ ਵਾਰੀ ਥੋੜਾ ਓਪਨ ਮਾਰਕੀਟ ਵਿੱਚ ਆ ਗਿਆ ਪ੍ਰੋਜੈਕਟ। ਸੋ ਇਟ ਇਜ਼ ਐਨ ਐਡਵਾਂਟੇਜ ਜਿਹੜਾ ਤੁਸੀਂ ਬੜੇ ਮਜ਼ੇ ਨਾਲ ਕਰ ਸਕਦੇ ਹੋ, ਹੈਨਾ। ਔਰ ਕੰਡੀਸ਼ਨਸ ਮੈਂ ਤੁਹਾਨੂੰ ਦੱਸ ਦਿੰਨੀ ਆ। ਪਹਿਲੀ ਚੀਜ਼ ਹੈਗੀ ਕਿ ਜ਼ੈਨਕਾਸਟਰ ਦੇ ਉੱਤੇ ਰਿਕਾਰਡਿੰਗ ਕਰਨੀ ਹੈ। ਜ਼ੈਨਕਾਸਟਰ ਇੱਕ ਪੋਡਕਾਸਟ ਦੇ ਲਈ ਵੈਬਸਾਈਟ ਹੈਗੀ ਹੈ, ਔਰ ਉਹਦੇ ਵਿੱਚ ਡਬਲ ਚੈਨਲ ਦੇ ਨਾਲ ਰਿਕਾਰਡਿੰਗ ਹੁੰਦੀ ਹੈ। ਮਤਲਬ ਕਿ ਜਦੋਂ ਇੱਕ ਪਾਸਿਓਂ ਮੈਂ ਬੋਲ ਰਹੀ ਹਾਂ, ਦੂਸਰੇ ਪਾਸਿਓਂ ਕੋਈ ਹੋਰ ਬੋਲ ਰਿਹਾ ਹੈ, ਤਾਂ ਦੋਨਾਂ ਦੀ ਅਲੱਗ-ਅਲੱਗ ਫਾਈਲ ਬਣਦੀ ਹੈ। ਸੋ ਅੱਗੇ ਅਸੀਂ ਸਿੰਗਲ ਫਾਈਲ ਦੇ ਉੱਤੇ ਟਰਾਂਸਕ੍ਰਿਪਸ਼ਨ ਕਰਦੇ ਸੀ, ਹੁਣ ਰਿਕੁਆਇਰਮੈਂਟ ਜਿਹੜੀ ਆ ਉਹ ਡਬਲ ਫਾਈਲ ਦੀ ਹੈ, ਔਰ ਇਹ ਲੇਟੈਸਟ ਯੂਜ਼ ਹੋ ਰਿਹਾ ਹੁਣ, ਐਂਡ ਇਹ ਕੰਮ ਅੱਗੇ ਕਾਫੀ ਦੇਰ ਤੱਕ ਚੱਲੇਗਾ ਵੀ। ਸੋ ਇੱਕ ਗੱਲ ਹੈ ਕਿ ਜ਼ੈਨਕਾਸਟਰ, ਹੁਣ ਜ਼ੈਨਕਾਸਟਰ ਨੂੰ ਅਸੀਂ ਕਾਫੀ ਆਲਮੋਸਟ 10 ਦਿਨ ਤੋਂ ਟੈਸਟ ਕਰ ਰਹੇ ਹਾਂ, ਸਾਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਸੀ। ਤੋ ਜ਼ੈਨਕਾਸਟਰ ਦੇ ਵਿੱਚ ਤੁਹਾਨੂੰ ਸੈਟਿੰਗਸ ਵਗੈਰਾ ਚੇਂਜ ਕਰਕੇ ਉਹਨੂੰ ਦੇਖਣਾ ਪਵੇਗਾ ਕਿ ਕੀ ਹੁੰਦਾ ਸੀਗਾ ਕਿ ਅਸੀਂ ਜਦੋਂ ਇਨਵਾਈਟ ਕਰਦੇ ਸੀਗੇ ਇੱਕ ਜਣੇ ਨੂੰ, ਔਰ ਜਦੋਂ ਅਸੀਂ ਰਿਕਾਰਡਿੰਗ ਕਰਦੇ ਸੀ ਤਾਂ ਇੱਕ ਜਣੇ ਦੀ ਆਡੀਓ ਤਾਂ ਕਲੀਅਰ ਆਉਂਦੀ ਸੀ, ਦੂਸਰੇ ਜਣੇ ਦੀ ਆਡੀਓ ਥੋੜੀ ਸਪਿਲ ਹੁੰਦੀ ਸੀ। ਮਤਲਬ ਇੱਕ ਆਡੀਓ ਵਿੱਚ ਸਿੰਗਲ ਸੁਣਾਈ ਦੇ ਰਿਹਾ, ਦੂਸਰੇ ਆਡੀਓ ਵਿੱਚ ਮੇਨ ਸਪੀਕਰ ਵੀ ਸੁਣਾਈ ਦੇ ਰਿਹਾ, ਔਰ ਗੈਸਟ ਦਾ ਵੀ ਥੋੜਾ ਬਹੁਤਾ ਸੁਣਾਈ ਦੇ ਰਿਹਾ। ਤੋ ਉਹ ਪ੍ਰੋਬਲਮ ਨੂੰ ਅਸੀਂ ਓਵਰਕਮ ਕੀਤਾ ਜੀ ਸੈਟਿੰਗਸ ਦੇ ਵਿੱਚ ਥੋੜੇ ਬਹੁਤੇ ਚੇਂਜਿਸ ਕਰਕੇ। ਉਹ ਟੈਕਨੀਕਲ ਜਿਹੜਾ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਤਾਂ ਗੁਰਸੇਵਕ ਜੀ ਤੁਹਾਨੂੰ ਦੱਸ ਦੇਣਗੇ ਕਿ ਤੁਸੀਂ ਸੈਟਿੰਗਸ ਚੇਂਜ ਕਰ ਕਰਕੇ ਕਿਸ ਤਰ੍ਹਾਂ ਟੈਸਟ ਕਰ ਸਕਦੇ ਹੋ। ਹੁਣ ਇਹਦੇ ਵਿੱਚ ਜਿਹੜੇ ਸਬਜੈਕਟਸ ਹੈਗੇ ਆ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਡੇ ਕੋਲ 5 ਸਬਜੈਕਟ ਨੇ ਜਿਨ੍ਹਾਂ ਦੇ ਉੱਤੇ ਅਸੀਂ ਰਿਕਾਰਡਿੰਗਸ ਕਰਨੀਆਂ ਨੇ। ਤੇ ਉਹ ਸਬਜੈਕਟ ਹੈਗੇ ਨੇ ਜੀ ਦੀਦੀ ਮੈਂ ਈ ਕਾਮਰਸ। ਈ ਕਾਮਰਸ ਜਿਸ ਤਰ੍ਹਾਂ ਤੁਸੀਂ ਔਨਲਾਈਨ ਸ਼ਾਪਿੰਗ ਕਰਦੇ ਹੋ ਕਿਸੇ ਵੀ ਚੀਜ਼ ਦੀ, ਸ਼ੂਜ਼ ਦੀ, ਤੁਸੀਂ ਇਲੈਕਟ੍ਰੋਨਿਕਸ ਦੀ ਸ਼ਾਪਿੰਗ ਕਰ ਲਈ, ਤੁਸੀਂ ਕੱਪੜਿਆਂ ਦੀ ਕਰ ਲਈ, ਕਿਸੇ ਵੀ ਤਰੀਕੇ ਦੀ ਉਹਦੀਆਂ ਆਡੀਓਜ਼ ਆਉਣਗੀਆਂ, ਠੀਕ ਹੈ। ਉਹ ਆਡੀਓ ਦੇ ਵਿੱਚ ਇੱਕ ਜਣਾ ਕਸਟਮਰ ਬਣੇਗਾ ਤੇ ਇੱਕ ਜਣਾ ਐਗਜੀਕਿਊਟਿਵ ਬਣੇਗਾ। ਐਗਜੀਕਿਊਟਿਵ ਮਤਲਬ ਕੰਪਨੀ ਦਾ ਬੰਦਾ ਜਿਹੜਾ ਹੋਏਗਾ, ਹਨਾ। ਤੇ ਉਹਦੇ ਵਿੱਚ ਤੁਸੀਂ ਆਪੇ ਦੇਖ ਲਓ, ਤੁਸੀਂ ਨੋਰਮਲੀ ਖੁਦ ਵੀ ਗੱਲਾਂ ਕਰਦੇ ਹੀ ਹੋ, ਤੁਹਾਨੂੰ ਕੋਈ ਚੀਜ਼ ਗਲਤ ਭੇਜ ਦਿੱਤੀ ਉਹਨਾਂ ਨੇ, ਕਿਸੇ ਚੀਜ਼ ਦੀ ਡਿਲੀਵਰੀ ਲੇਟ ਹੋ ਗਈ, ਤੁਸੀਂ ਕੋਈ ਰਿਟਰਨ ਕੀਤਾ ਸੀਗਾ ਪਰ ਤੁਹਾਡਾ ਰਿਟਰਨ ਅਜੇ ਸ਼ੋ ਨਹੀਂ ਹੋ ਰਿਹਾ, ਤੁਹਾਡਾ ਰਿਟਰਨ ਹੋ ਗਿਆ, ਤੁਹਾਡਾ ਰਿਫੰਡ ਨਹੀਂ ਆ ਰਿਹਾ, ਤੁਹਾਡਾ ਰਿਫੰਡ ਆ ਗਿਆ, ਤੁਹਾਡਾ ਅਕਾਊਂਟ ਨੰਬਰ ਗਲਤ ਚਲਾ ਗਿਆ। ਦੇਰ ਆਰ ਹੰਡਰਡਸ ਆਫ ਥਿੰਗਸ ਜੋ ਤੁਸੀਂ ਇਸ ਬਾਰੇ ਸੋਚ ਸਕਦੇ ਹੋ। ਇਹ ਇੱਕ ਤੁਹਾਡਾ ਈ ਕਾਮਰਸ ਆ ਗਿਆ। ਫਿਰ ਤੁਹਾਡਾ ਆ ਗਿਆ ਬੈਂਕਿੰਗ ਐਂਡ ਫਾਈਨੈਂਸ ਜਾਂ ਸਰਵਿਸਿਜ਼ ਆ ਗਈਆਂ, ਜਿਹਦੇ ਵਿੱਚ ਤੁਹਾਡਾ ਲੋਨ ਦੀਆਂ ਸਰਵਿਸਿਜ਼ ਆ ਗਈਆਂ, ਇੰਸ਼ੋਰੈਂਸ ਦੀ ਸਰਵਿਸਿਜ਼ ਆ ਗਈਆਂ। ਇੰਸ਼ੋਰੈਂਸ ਵਿੱਚ ਅੱਗੋਂ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਵਹੀਕਲ ਇੰਸ਼ੋਰੈਂਸ, ਐਕਸੀਡੈਂਟ ਇੰਸ਼ੋਰੈਂਸ, ਕਿੰਨੇ ਹੀ ਤਰੀਕੇ ਦੇ ਸਬਜੈਕਟਸ ਉਹਦੇ ਵਿੱਚ ਆ ਜਾਂਦੇ ਨੇ। ਉਸ ਤੋਂ ਬਾਅਦ ਤੁਹਾਡਾ ਟੈਲੀਕਾਮ ਦਾ ਆ ਗਿਆ। ਟੈਲੀਕਾਮ ਦੇ ਵਿੱਚ ਤੁਹਾਡੇ ਫੋਨ ਦਾ ਜਿਹੜਾ ਨੈਟਵਰਕ ਆ ਗਿਆ, ਜਾਂ ਫੋਨ ਦਾ ਸਿਮ ਕਾਰਡ ਆ ਗਿਆ,
ਤੁਹਾਡੇ ਮੋਬਾਈਲ ਫੋਨ ਦਾ ਕੋਈ ਪਾਰਟ ਦੀ ਪ੍ਰੋਬਲਮ ਆ ਗਈ, ਫਿਰ ਤੁਹਾਡਾ ਡੇਟਾ ਨੈਟਵਰਕ ਦੀ ਇਸ਼ੂਜ਼ ਆ ਗਏ, ਉਹਨਾਂ ਬਾਰੇ ਤੁਸੀਂ ਨਵਾਂ ਸਿਮ ਲੈਣਾ ਆ, ਤੁਸੀਂ ਪੁਰਾਣਾ ਸਿਮ ਕਨਵਰਟ ਕਰਨਾ ਆ, ਤੁਸੀਂ ਆਪਣੇ ਨਾਮ ਤੋਂ ਦੂਸਰੇ ਨਾਮ ਤੇ ਸ਼ਿਫਟ ਕਰਨਾ, ਮਤਲਬ ਕਿੰਨੀਆਂ ਹੀ ਪ੍ਰੋਬਲਮਸ ਜਿਹੜੀਆਂ ਨੇ, ਬੇਸਿਕਲੀ ਅਸੀਂ ਇੱਥੇ ਪ੍ਰੋਬਲਮਸ ਡਿਸਕਸ ਕਰਨੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਸਾਡੀ ਆਉਂਦੀ ਹੈ ਜੀ ਲੌਜਿਸਟਿਕਸ। ਲੌਜਿਸਟਿਕਸ ਦੇ ਵਿੱਚ ਬੇਸਿਕਲੀ ਆਉਂਦਾ ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੀਜ਼ਾਂ ਪਹੁੰਚਾਉਣੀਆਂ ਹੁੰਦੀਆਂ ਨੇ, ਠੀਕ ਹੈ। ਅਸੀਂ ਆਪਣਾ ਘਰ ਸ਼ਿਫਟ ਕਰਨਾ ਆ, ਉੱਥੇ ਮੂਵ ਕੀਤਾ ਆ, ਅਸੀਂ ਸਾਰਾ ਸਮਾਨ ਸ਼ਿਫਟ ਕੀਤਾ ਆ, ਜਾਂ ਅਸੀਂ ਸਮਾਨ ਕਿਤੋਂ ਹੋਰ ਤੋਂ ਮੰਗਵਾਇਆ ਆ ਜ਼ਿਆਦਾ, ਸੋ ਉਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਣਗੀਆਂ। ਫਿਰ ਇਹਦੇ ਵਿੱਚ ਆ ਜਾਂਦਾ ਹੈ, ਜਸਟ ਅ ਸੈਕਿੰਡ, ਦੈਨ ਦੇयर इज ਹੈਲਥ ਕੇਅਰ। ਹੈਲਥ ਕੇਅਰ ਦੇ ਵਿੱਚ ਤੁਹਾਡੀ ਇੰਸ਼ੋਰੈਂਸ ਵੀ ਆ ਜਾਂਦੀ ਹੈ, ਤੇ ਹੈਲਥ ਕੇਅਰ ਦੇ ਵਿੱਚ ਤੁਸੀਂ ਕਿਸੇ ਕੋਲੋਂ ਕੰਸਲਟੇਸ਼ਨ ਲੈ ਰਹੇ ਹੋ, ਡਾਕਟਰ ਕੋਲੋਂ, ਤੁਸੀਂ ਕਿਸੇ ਹਸਪੀਟਲ ਨਾਲ ਗੱਲ ਕਰ ਰਹੇ ਹੋ, ਤੁਹਾਨੂੰ ਕਿਸੇ ਟੈਸਟਸ ਬਾਰੇ ਗੱਲ ਕਰਨੀ, ਕਿਸੇ ਲੈਬੋਰੇਟਰੀ ਦੇ ਵਿੱਚ ਗੱਲ ਕਰ ਰਹੇ ਹੋ, ਤੁਸੀਂ ਪੈਕੇजेस ਦੀ ਡਿਸਕਸ਼ਨ ਕਰ ਰਹੇ ਹੋ, ਠੀਕ ਹੈ, ਉਹਦੇ ਉੱਤੇ ਹੈਗਾ ਆ। ਸੋ ਇਹ ਸਾਡੇ ਮੇਨ ਟੌਪਿਕਸ ਨੇ। ਹੁਣ ਇਹਨਾਂ ਦੀਆਂ ਆਡੀਓਜ਼ ਦੀਆਂ ਟਰਮਸ ਹੈਗੀਆਂ ਨੇ ਕਿ ਕੋਈ ਵੀ ਆਡੀਓ ਜਿਹੜੀ ਤੁਸੀਂ ਬਣਾਉਣੀ ਆ ਉਹਦਾ ਟਾਈਮ ਘੱਟੋ ਘੱਟ 5 ਮਿੰਟ ਤੇ ਹੋਣਾ ਹੀ ਚਾਹੀਦਾ। ਤੋਂ 5 ਤੋਂ ਲੈ ਕੇ 15 ਮਿੰਟ ਤੱਕ ਦੀ ਤੁਹਾਡੀ ਜਿਹੜੀ ਆ ਡਿਸਕਸ਼ਨ ਹੋਣੀ ਚਾਹੀਦੀ ਉਹਦੇ ਵਿੱਚ। ਉਹਦੇ ਵਿੱਚ ਇਹ ਨਹੀਂ ਆ ਵੀ ਤੁਸੀਂ ਐਵੇਂ ਹੀ ਕੁਝ ਵੀ ਗੱਲ ਕਰੀ ਜਾ ਰਹੇ ਹੋ, ਕੈਜੂਅਲ ਨਹੀਂ ਹੋਣੀ ਚਾਹੀਦੀ। ਉਹ ਲੱਗਣਾ ਚਾਹੀਦਾ ਆ ਕਿ ਤੁਸੀਂ ਇੱਕ ਕਸਟਮਰ ਹੋ ਜਿਹੜਾ ਕਿਸੇ ਕੰਪਨੀ ਦੇ ਐਗਜ਼ੀਕਿਊਟਿਵ ਨਾਲ ਗੱਲ ਕਰ ਰਿਹਾ। ਅਸੀਂ ਕਈ ਆਡੀਓਸ ਟਰਾਂਸਕ੍ਰਾਈਬ ਕਰਦੇ ਹਾਂ, ਉਹਦੇ ਵਿੱਚ ਲੋਕੀ ਆਪਸ ਵਿੱਚ ਗੱਲਾਂ ਕਰਨ ਲੱਗ ਪੈਂਦੇ ਆ, ਔਰ ਸਰ ਕੈਸੇ हैं आप, अच्छा 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 सर, ठीक है, 1 मिनट होल्ड करेंगे सर। ਫਿਰ ਉਹ ਪਿੱਛੇ ਗੱਲਾਂ ਕਰਨ ਲੱਗ ਪੈਂਦੇ ਨੇ, फिर वापस आते हैं, ओ सॉरी सर वो कुछ प्रॉब्लम आ गई थी वैसे। तो या ਇਹ ਵੀ ਨਹੀਂ ਹੋਣਾ ਚਾਹੀਦਾ ਸਰ ਹਮਾਰਾ ਸਰਵਰ ਹੈਂਗ ਹੋ ਗਿਆ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਕੰਟੈਂਟ ਚਾਹੀਦਾ ਬੇਸਿਕਲੀ, ਕਿਉਂਕਿ ਵਰਡਸ ਚਾਹੀਦੇ ਨੇ, ਉਹਦੇ ਵਿੱਚ ਸ਼ਬਦ ਚਾਹੀਦੇ ਨੇ, ਹਰ ਸਬਜੈਕਟ ਦੇ ਨਾਲ ਰਿਲੇਟਡ ਕਈ ਤਰ੍ਹਾਂ ਦੇ ਸ਼ਬਦ ਹੁੰਦੇ ਨੇ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਕਿ ਕੈਜੂਅਲ ਟਾਕ ਨਹੀਂ ਚਾਹੀਦੀ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਇਹ ਵੀ ਕੰਡੀਸ਼ਨ ਹੈਗੀ ਕਿ ਮੇਲ ਫੀਮੇਲ ਰੇਸ਼ੀਓ ਜਿਹੜੀ ਹੈ ਹੋਣੀ ਚਾਹੀਦੀ। ਇਹ ਨਹੀਂ ਹੈ ਕਿ ਜੇ ਅਸੀਂ 10 ਘੰਟੇ ਦੀ ਆਡੀਓ ਦਿੰਨੇ ਤੇ ਉਹਦੇ ਵਿੱਚ 8 ਘੰਟੇ ਸਿਰਫ ਮੇਲ ਹੀ ਆਡੀਓ ਹੈਗੀ ਹੈ। ਸੋ ਇਸ ਕਰਕੇ ਮੇਲ ਐਂਡ ਫੀਮੇਲ ਦੋਨੋਂ ਹੀ ਚਾਹੀਦੀ ਹੈ। ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਤੁਸੀਂ ਆਪਸ 'ਚ ਨਾ ਗਰੁੱਪ ਬਣਾ ਸਕਦੇ ਹੋ। ਹੁਣ ਇਦਾਂ ਹੈਗਾ ਕਿ ਜਿੱਦਾਂ ਮੰਨ ਲਓ ਇੱਕ ਪੇਅਰ ਹੈ, ਫੋਰ ਐਗਜ਼ਾਮਪਲ ਮੈਂ ਆ ਤੇ ਗੁਰਸੇਵਕ ਹੈ, ਗੁਰਸੇਵਕ ਤੇ ਮੈਂ ਅਸੀਂ ਮੈਕਸਿਮਮ ਕੰਬਾਈਨਡ ਰਿਕਾਰਡਿੰਗ 1 ਘੰਟੇ ਦੀ ਕਰ ਸਕਦੇ ਹਾਂ। ਅਸੀਂ ਉਸ ਤੋਂ ਵੱਧ ਰਿਕਾਰਡਿੰਗ ਨਹੀਂ ਕਰ ਸਕਦੇ। ਪਰ ਮੈਂ ਮੰਨ ਲਓ ਅਗਰ ਮੈਂ ਮਨਪ੍ਰੀਤ ਦੇ ਨਾਲ ਕਰਦੀ ਹਾਂ ਤਾਂ ਮਨਪ੍ਰੀਤ ਨਾਲ ਵੀ ਮੈਂ 1 ਘੰਟੇ ਦੀ ਕਰ ਸਕਦੀ ਹਾਂ, ਠੀਕ ਹੈ। ਸੋ ਮੇਰੀ ਤੇ ਗੁਰਸੇਵਕ ਦੀ 1 ਘੰਟੇ ਦੀ ਹੋਗੀ, ਮੇਰੀ ਤੇ ਮਨਪ੍ਰੀਤ ਦੀ 1 ਘੰਟੇ ਦੀ ਹੋਗੀ, ਮਨਪ੍ਰੀਤ ਤੇ ਗੁਰਸੇਵਕ ਦੀ 1 ਘੰਟੇ ਦੀ ਹੋਗੀ। ਪਹਿਲਾਂ ਇਹ ਕੰਡੀਸ਼ਨ ਹੁੰਦੀ ਸੀਗੀ ਕਿ ਇੱਕ ਬੰਦਾ ਸਿਰਫ 1 ਘੰਟੇ ਦੀ ਕਰ ਸਕਦਾ, ਪਰ ਹੁਣ ਇਹੋ ਜਿਹੀ ਕੰਡੀਸ਼ਨ ਨਹੀਂ, ਇੱਕ ਪੇਅਰ ਵਿੱਚ ਤੁਸੀਂ ਸਿਰਫ 1 ਘੰਟੇ ਦੀ ਕਰ ਸਕਦੇ ਹੋ। ਸੋ ਤੁਸੀਂ ਜਿੰਨੀ ਜ਼ਿਆਦਾ ਕਰ ਸਕਦੇ ਹੋ ਓਨਾ ਹੀ ਵਧੀਆ ਹੈ। ਪਰ ਵਧੀਆ ਤਾਂ ਵੀ ਹੋਏਗਾ ਜੇ ਤੁਸੀਂ ਮੰਨ ਲਓ ਤੁਸੀਂ ਇੱਕ 15 ਮਿੰਟ ਦੀ ਰਿਕਾਰਡਿੰਗ ਕੀਤੀ ਬੈਂਕਿੰਗ ਤੇ, ਦੂਜੀ 15 ਮਿੰਟ ਦੀ ਰਿਕਾਰਡਿੰਗ ਕੀਤੀ ਲੌਜਿਸਟਿਕਸ ਤੇ, ਤੀਜੀ ਪਰਮਾਨੈਂਟ ਰਿਕਾਰਡਿੰਗ ਕੀਤੀ ਤੁਸੀਂ ਈ ਕਾਮਰਸ ਤੇ। ਤਾਂ ਇਦਾਂ ਆਪਣਾ ਸਬਜੈਕਟ ਜਿਹੜਾ ਨਾ ਡਿਵਾਈਡ ਕਰ ਲਓ ਕਿ ਅਸੀਂ ਇੰਨੀ ਐਸੇ ਸਬਜੈਕਟ ਦੇ, ਤਾਂ ਕਿ ਜਦੋਂ ਅਸੀਂ ਇਹਨੂੰ ਰਿਕਾਰਡ ਬਣਾਉਣਾ ਸਾਨੂੰ ਵੀ ਪਤਾ ਹੋਵੇ ਕਿ ਇਹਨਾਂ ਨੇ ਇਹ ਵੀ ਕਿਹਾ ਆ ਕਿ ਹਰ ਸਬਜੈਕਟ ਦੀ ਸਾਨੂੰ ਬਰਾਬਰ ਦੀ ਦਿਓ। ਤੁਸੀਂ ਇਹ ਨਹੀਂ ਕਿ ਤੁਸੀਂ ਸਿਰਫ ਈ ਕਾਮਰਸ ਹੀ ਕਰੀ ਜਾ ਰਹੇ ਹੋ ਸਾਰੇ, ਤਾਂ ਸਾਨੂੰ ਸਾਰੇ ਸਬਜੈਕਟਸ ਨੂੰ ਬਰਾਬਰ ਦਾ ਵੇਟੇਜ ਦੇਣਾ ਪੈਣਾ। ਓਕੇ, ਜਿਹੜੇ ਪੌਜ਼ ਆਉਂਦੇ ਨੇ ਵਿੱਚ, ਹਨਾ, ਤੁਸੀਂ ਵਿੱਚ ਚੁੱਪ ਕਰ ਗਏ ਇੱਕਦਮ, ਕੋਈ ਵੀ ਪੌਜ਼ ਜਿਹੜਾ ਆ 30 ਸੈਕਿੰਡ ਤੋਂ ਵੱਧ ਨਹੀਂ ਆਉਣਾ ਚਾਹੀਦਾ। ਵੈਸੇ ਤੇ ਕੋਸ਼ਿਸ਼ ਕਰੋ 2-3 ਸੈਕਿੰਡ ਤੋਂ ਵੱਧ ਕੋਈ ਪੌਜ਼ ਨਾ ਆਵੇ, ਪਰ ਫਿਰ ਵੀ 30 ਸੈਕਿੰਡ ਤੋਂ ਵੱਧ ਜਿਹੜਾ ਪੌਜ਼ ਆ ਉਹ ਰਿਜੈਕਟ ਹੋ ਜਾਏਗੀ, ਠੀਕ ਹੈ। ਆਡੀਓ ਤੁਹਾਡੀ ਐਕਸੈਪਟ ਨਹੀਂ ਹੋਏਗੀ। ਦੂਜੀ ਗੱਲ ਕਿ ਕਈ ਸ਼ਬਦ ਜਿਹੜੇ ਨੇ ਹਰ ਇੱਕ ਐਗਜ਼ੀਕਿਊਟਿਵ ਜਿਹੜਾ ਯੂਜ਼ ਕਰਦਾ, ਜਿਸ ਤਰ੍ਹਾਂ ਸਤਿ ਸ਼੍ਰੀ ਅਕਾਲ ਸਰ,
ਮੈਂ ਇੱਥੋਂ ਬੋਲ ਰਿਹਾ ਵਾਂ, ਮੇਰਾ ਨਾਮ ਇਹ ਹੈ, ਮੈਂ ਤੁਹਾਡੀ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਵਾਂ। ਤਾਂ ਉਹ ਜਿਹੜੀ ਫਾਰਮਲ ਲੈਂਗੁਏਜ ਹੈਗੀ ਆ ਨਾ, ਉਹ ਥੋੜੀ ਯੂਜ਼ ਕਰਨੀ। ਮੰਨ ਲਓ ਹੁਣ ਤੁਹਾਡੇ ਨਾਲ ਕੋਈ ਲੜਨ ਹੀ ਲੱਗ ਪਿਆ ਆ, ਤੇ ਤੁਸੀਂ ਉਹਨੂੰ ਅੱਗੋਂ ਗੁੱਸੇ ਨਾਲ ਨਹੀਂ ਕਹਿਣਾ। ਬਾਰ-ਬਾਰ ਤੁਸੀਂ ਦੇਖਿਆ ਹੋਏਗਾ ਐਗਜ਼ੀਕਿਊਟਿਵ ਇਹੀ ਕਹਿੰਦੇ ਨੇ, ਮਾਫ ਕਰਨਾ ਸਰ, ਤੁਹਾਨੂੰ ਜਿਹੜੀ ਇਨਕਨਵੀਨੀਅੰਸ ਹੋਈ ਉਹਦੇ ਕਰਕੇ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਕੋਲ ਸਰ, ਅੱਗੇ ਤੋਂ ਇਸ ਤਰ੍ਹਾਂ ਨਹੀਂ। ਸੋ ਇਸ ਤਰ੍ਹਾਂ ਦੇ ਵਰਡਸ ਜਿਸ ਤੋਂ ਲੱਗੇ ਕਿ ਵਾਕਈ ਤੁਸੀਂ ਉੱਥੇ ਜੌਬ ਕਰ ਰਹੇ ਹੋ। ਠੀਕ ਹੈ। ਸੋ ਬੇਸਿਕਲੀ ਇਹੀ ਇਹਦੀਆਂ ਕੰਡੀਸ਼ਨਸ ਹੈਗੀਆਂ ਨੇ। ਔਰ ਇਹ ਹੈ ਕਿ ਤੁਸੀਂ ਜਿਹੜਾ ਜਿਹੜਾ ਇਹਦੇ ਵਿੱਚ ਪਾਰਟਿਸਿਪੇਟ ਕਰੇਗਾ, ਉਹ ਪਲੀਜ਼ ਆਪਣੇ ਆਪਣੇ ਸਬਜੈਕਟ, ਪਹਿਲਾਂ ਤਾਂ ਆਪਣੇ ਆਪਣੇ ਪਾਰਟਨਰ ਚੁਣ ਲਓ। ਪਾਰਟਨਰ ਚੁਣ ਲੋਗੇ ਤਾਂ ਉਹ ਪੇਅਰ ਸਾਨੂੰ ਦੱਸ ਦੇਣਾ। ਔਰ ਪੇਅਰ ਜਦੋਂ 1 ਘੰਟੇ ਦਾ ਪੇਅਰ ਤੁਸੀਂ ਕਰ ਲਓਗੇ, ਫਿਰ ਦੂਸਰੇ ਪੇਅਰ ਦੇ ਨਾਲ ਤੁਹਾਨੂੰ ਜੁਆਇਨ ਕਰਵਾ ਦਿੱਤਾ ਜਾਏਗਾ। ਸੋ ਆਈ ਹੋਪ ਸਾਨੂੰ ਤੁਸੀਂ ਜਾਂ ਗੁਰਸੇਵਕ ਜੀ ਨੂੰ ਮੈਸੇਜ ਕਰਕੇ ਦੱਸ ਦਿਓ ਕਿ ਤੁਸੀਂ ਕੌਣ-ਕੌਣ ਕਰ ਰਿਹਾ ਹੈ। ਤੇ ਜੇ ਤੁਹਾਡੇ ਕੋਲ ਨਹੀਂ ਹੈਗਾ ਕੋਈ ਆਪਸ਼ਨ, ਤਾਂ ਗੁਰਸੇਵਕ ਤੁਸੀਂ ਇਹਨਾਂ ਨੂੰ ਪਲੀਜ਼ ਦੱਸ ਦੇਣਾ ਕਿ ਕੌਣ ਕਿਹਦੇ ਨਾਲ ਕਰ ਸਕਦਾ ਹੈ। ਪਰ ਆਪਾਂ ਰਿਕਾਰਡਿੰਗ ਰਿਕਾਰਡ ਇਹ ਪੂਰਾ ਰੱਖਣਾ ਆ ਕਿ ਸਾਡੇ ਮੇਲ ਫੀਮੇਲ ਰੇਸ਼ੀਓ ਪ੍ਰੋਪਰ ਹੋਣੀ ਚਾਹੀਦੀ, ਤੇ ਸਾਡੀ ਸਬਜੈਕਟ ਦੀ ਰੇਸ਼ੀਓ ਵੀ ਹੋਣੀ ਚਾਹੀਦੀ। ਜੇ ਕਿਸੇ ਨੂੰ ਸਕ੍ਰਿਪਟ ਲਈ ਕੋਈ ਗਾਈਡੈਂਸ ਚਾਹੀਦੀ ਆ, ਤਾਂ ਉਹ ਤੁਸੀਂ ਪੁੱਛ ਸਕਦੇ ਆ ਹਨਾ। ਜਿੱਦਾਂ ਇੰਸ਼ੋਰੈਂਸ ਦੇ ਲਈ ਤੁਸੀਂ ਆਨਲਾਈਨ ਵੈਬਸਾਈਟ ਤੋਂ ਫਾਰਮ ਵੀ ਡਾਊਨਲੋਡ ਕਰਕੇ ਵੇਖ ਸਕਦੇ ਹੋ ਵੀ ਉਹਦੇ ਚ ਕੀ ਕੀ ਪੁੱਛਿਆ ਜਾਂਦਾ ਹੈ। ਉਹ ਤੁਹਾਨੂੰ ਹੈਲਪ ਹੋਏਗੀ ਉਹਦੇ ਵਿੱਚ। ਠੀਕ ਹੈ। ਔਰ ਪਹਿਲਾਂ ਥੋੜੀ ਜਿਹੀ ਰਿਹਰਸਲ ਕਰ ਲਓ ਆਪਸ ਵਿੱਚ, 10-15 ਮਿੰਟ ਦੀ ਰਿਹਰਸਲ ਕਰ ਲੋਗੇ ਤਾਂ 15 ਮਿੰਟ ਦੀ ਰਿਕਾਰਡਿੰਗ ਬੜੇ ਆਰਾਮ ਨਾਲ ਹੋ ਜਾਏਗੀ। 15 ਮਿੰਟ ਤੋਂ ਵਧਾਉਣੀ ਨਹੀਂ ਰਿਕਾਰਡਿੰਗ, ਤੇ 5 ਮਿੰਟ ਤੋਂ ਘਟਾਉਣੀ ਨਹੀਂ। ਠੀਕ ਹੈ। ਦੈਟਸ ਇਟ ਮੇਰੇ ਵੱਲੋਂ। ਹੁਣ ਤੁਹਾਡੇ ਚੋਂ ਕਿਸੇ ਨੇ ਕੁਝ ਪੁੱਛਣਾ ਹੈ, ਦੱਸਣਾ ਹੈ ਤਾਂ ਪਲੀਜ਼। ਹਾਂਜੀ ਦੀਦੀ, ਜਿੱਦਾਂ ਨਾ ਬਲਜੀਤ ਆਨਲਾਈਨ ਮਤਲਬ ਸੀਲਿੰਗ ਕਰਦੀ ਹੈ, ਠੀਕ ਹੈ, ਤਾਂ ਆਨਲਾਈਨ ਇਹਨੂੰ ਮਤਲਬ ਪਤਾ ਕਰ ਸਕਦੇ ਆਪਾਂ ਕਿ ਹੂੰ ਕੀ ਹੈ, ਹੂੰ ਠੀਕ ਹੈ। ਇੱਕ ਇਸ ਤਰ੍ਹਾਂ ਹੀ ਨਾ ਆਪਣੇ ਇੱਕ ਮੈਡਮ ਹੈਗੇ ਨੇ, ਰੋਜ਼ੀ ਮੈਡਮ, ਉਹਨਾਂ ਦੇ ਹੂੰ ਹਸਬੈਂਡ ਇੰਸ਼ੋਰੈਂਸ 'ਚ ਨੇ, ਠੀਕ ਹੈ। ਜੀ ਤੇ ਜੀ ਮਤਲਬ ਹੂੰ ਇੱਕ ਟਿਕਟ ਬੁਕਿੰਗ ਦੇ ਵਿੱਚ ਹੈਗੇ ਨੇ, ਮਤਲਬ ਉੱਥੋਂ ਆਪਾਂ ਮਤਲਬ ਪੁੱਛ ਸਕਦੇ ਹਾਂ ਵੀ ਕੀ ਕੀ ਗੱਲਾਂ ਹੁੰਦੀਆਂ ਨੇ, ਜਾਂ ਉਹਨਾਂ ਨੂੰ ਵੀ ਨਾਲ ਬਿਲਕੁਲ ਉਹਨਾਂ ਨੂੰ ਰਿਕਾਰਡ ਕਰਵਾ ਬਿਲਕੁਲ ਸਕਦੇ ਹਾਂ। ਜਿਹੜੇ ਪ੍ਰੋਫੈਸ਼ਨਲ ਨੇ ਨਾ, ਉਹਨਾਂ ਨੂੰ ਪੁੱਛ ਸਕਦੇ ਹਾਂ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਸੋ ਤੁਸੀਂ ਪੇਅਰਸ ਬਣਾ ਲਓ, ਜਿਨ੍ਹਾਂ ਕੋਲ ਆਲਰੇਡੀ ਪਤਾ ਹੈ, ਜਿਨ੍ਹਾਂ ਨੂੰ ਕਿ ਅਸੀਂ ਦੋ ਜਣਿਆਂ ਨੇ ਮੰਨ ਲਓ ਕਰਨੀ ਆ। ਗੁਰਸੇਵਕ ਤੁਸੀਂ ਉਹਨਾਂ ਕੋਲ ਲੈ ਲਓ, ਤੇ ਲੈ ਕੇ ਇੱਕ ਵਾਰੀ ਉਹਨਾਂ ਕੋਲ ਰਫ ਜੀ ਆਈਡੀਆ ਲੈ ਲਓ ਕਿ ਆਹ ਸਬਜੈਕਟ ਤੇ ਅਸੀਂ ਆਹ ਚੀਜ਼ਾਂ ਬੋਲਣੀਆਂ ਨੇ, ਜੀ ਹਨਾ। ਤੇ ਉਹਦੇ ਹਿਸਾਬ ਨਾਲ ਕਰ ਲੈਣਾ। ਔਰ ਤੁਸੀਂ ਉਸ ਲੈਵਲ ਨਾਲ, ਉਸ ਤਰੀਕੇ ਨਾਲ ਕਰਨਾ ਰਿਕਾਰਡਿੰਗ ਕਿ ਟਰਾਂਸਕ੍ਰਿਪਸ਼ਨ ਦੇ ਵਿੱਚ ਵੀ ਪ੍ਰੋਬਲਮ ਨਾ ਆਵੇ। ਬਹੁਤੀ ਕਾਹਲੀ ਵੀ ਨਹੀਂ ਬੋਲਣਾ। ਹੁਣ ਮੇਰੇ ਕੋਲ ਇੱਕ ਟਰਾਂਸਕ੍ਰਿਪਸ਼ਨ ਆਈ ਆ, ਉਹ ਬੰਦਾ ਮਤਲਬ 1 ਮਿੰਟ ਦੇ ਵਿੱਚ ਜਿਸ ਸਪੀਡ ਨਾਲ ਬੋਲ ਰਿਹਾ, ਜੇ ਮੈਂ ਤੁਹਾਨੂੰ ਬੋਲ ਕੇ ਦਿਖਾਵਾਂ ਨਾ, ਉਹ ਇੰਗਲਿਸ਼ ਬੋਲ ਰਿਹਾ, ਕਹਿ ਰਿਹਾ ਵੈਲਕਮ ਸਰ, ਯੈਸ ਆਮ ਕਾਲਿੰਗ ਯੂ ਫਰਮ ਭਗਤ ਸਿੰਘ ਐਂਡ ਯੂ ਸਰ ਯੂ ਆਰ ਗੋਇੰ ਟੂ ਇਨਕੁਆਇਰ ਅਬਾਊਟ ਦਿਸ ਐਂਡ ਆਈ ਵਾਂਟ ਟੂ ਨੋ ਦੈਟ ਵੈਨ ਆਰ ਯੂ ਗੋਇੰ ਟੂ ਪ੍ਰੋਸੀਡ ਫॉर। ਇਸ ਸਪੀਡ ਤੇ ਉਹ ਬੰਦਾ ਬੋਲ ਰਿਹਾ, ਤਾਂ ਟਰਾਂਸਕ੍ਰਿਪਸ਼ਨਿਸਟ ਦਾ ਦਿਮਾਗ ਘੁੰਮ ਜਾਂਦਾ ਹੈ। ਸੋ ਤੁਸੀਂ ਖੁਦ ਸਾਰੇ ਟਰਾਂਸਕ੍ਰਿਪਸ਼ਨ ਕਰਦੇ ਹੋ ਨਾ, ਤੁਸੀਂ ਬਿਹਤਰ, ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਮੈਨੂੰ ਲੱਗਦਾ। ਕਿਉਂਕਿ ਤੁਹਾਨੂੰ ਪਤਾ ਵੀ ਇਹ ਕੰਮ ਜਦੋਂ ਅਸੀਂ ਉਹਨੂੰ ਟਾਈਪ ਕਰਨਾ ਆ, ਤੇ ਸਾਨੂੰ ਸੁਣਨ ਲੱਗਿਆ ਕੀ ਕੀ ਪ੍ਰੋਬਲਮਸ ਆਉਂਦੀਆਂ ਆ। ਹਾਂ, ਆਪਣੇ ਆਸ-ਪਾਸ ਸ਼ੋਰ ਨਹੀਂ ਰੱਖਣਾ। ਅ ਮਤਲਬ ਰੋਡ ਦੇ ਲਾਗੇ ਨਾ ਕਰੋ, ਜਾਂ ਖਾਣਾ ਖਾਂਦੇ ਹੋਏ ਨਾ ਕਰੋ। ਹਾਂ, ਖਾਣਾ ਖਾਂਦੇ ਹੋਏ ਨਾ ਕਰਨਾ ਪਲੀਜ਼। ਮੇਰੀ ਆਡੀਓ ਵਿੱਚ ਉਹ ਬੰਦਾ ਖਾਣਾ ਖਾਈ ਜਾ ਰਿਹਾ, ਔਰ ਸੀਰੀਅਸਲੀ ਮੇਰਾ ਜੀ ਕਰਦਾ ਹੈ ਕਿ ਮੈਂ ਉਹਦੇ ਨਾ ਮੂੰਹ ਚੋਂ ਬੁਰਕੀ ਖੋਲ ਲਵਾਂ, ਇੰਨਾ ਇਰੀਟੇਟਿੰਗ ਲੱਗਦਾ ਹੈ। ਓਕੇ। ਤੇ ਇੱਕ ਨਾ ਜ਼ਿਆਦਾ ਹੁਣ ਉਹ ਵੀ ਕਰ। ਬਾਕੀ ਤੁਸੀਂ ਕਿਸੇ ਨੇ ਕੋਈ ਕੁਐਰੀ, ਕੋਈ ਕੁਐਸਚਨ ਹੈਗਾ ਤਾਂ ਪੁੱਛ ਲਓ ਨਹੀਂ, ਸੋ ਦੈਟ ਵੀ ਕੈਨ ਸਟਾਰਟ ਇਟ। ਅਸੀਂ ਮਤਲਬ ਐਕਚੁਅਲੀ ਸਾਨੂੰ ਹਰ ਸੈਂਪਲ ਉਹਨਾਂ ਨੂੰ ਭੇਜਣਾ ਪੈਣਾ ਆ, ਉਹਨਾਂ ਨੇ ਚੈੱਕ ਕਰਨਾ ਆ ਕਿ ਅਸੀਂ ਸਹੀ ਕਰ ਰਹੇ ਹਾਂ ਕਿ ਨਹੀਂ ਕਰ ਰਹੇ। ਓਕੇ। ਤੇ ਦੀਦੀ ਹੂੰ ਇੱਕ ਨਾ ਇਹ ਰਿਕਾਰਡਿੰਗ ਦਾ ਹੀ ਪਾਰਟ ਹੈ, ਉਹ ਥੋੜਾ ਅਲੱਗ ਹੂੰ ਜਿਹਾ ਮੈਂ ਮੈਂਸ਼ਨ ਕਰਨਾ ਚਾਹੁੰਦਾ। ਜੀ ਇਹਦੇ ਵਿੱਚ ਤਾਂ ਹੋ ਗਿਆ ਆਪਣਾ ਕਸਟਮਰ ਤੇ ਐਗਜ਼ੀਕਿਊਟਿਵ, ਠੀਕ ਹੈ। ਹਾਂਜੀ ਇੱਕ ਆਪਾਂ ਜਨਰਲ ਰਿਕਾਰਡਿੰਗ ਵੀ ਕਰ ਸਕਦੇ, ਜਿੱਦਾਂ ਮੈਂ ਗਿਆ, ਮੈਂ ਲਾਸਟ ਮੰਥ ਪਾਕਿਸਤਾਨ ਗਿਆ ਸੀਗਾ, ਕਰਤਾਰਪੁਰ ਸਾਹਿਬ ਗਿਆ ਸੀਗਾ, ਤਾਂ ਮਤਲਬ ਉੱਥੇ ਆਪਾਂ ਉਸ 'ਤੇ ਵੀ ਟਾਕ ਕਰ ਸਕਦੇ ਹਾਂ। ਮਤਲਬ ਕੁਛ ਆਪਣੀ ਜਰਨੀਜ਼ ਵਗੈਰਾ, ਜਾਂ ਕੁਛ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹਾਂ, ਠੀਕ ਹੈ। ਨਹੀਂ, ਇਹ ਜਿਹੜਾ ਹੈਗਾ ਆ, ਜਿਹੜੇ ਪ੍ਰੋਜੈਕਟ ਦੀ ਮੈਂ ਗੱਲ ਕਰਦੀ ਪਈ, ਉਹਦੇ ਵਿੱਚ ਜਨਰਲ ਟਾਕ ਨਹੀਂ ਹੈਗੀ। ਓਕੇ ਠੀਕ ਹੈ। ਜਿਹੜਾ, ਹਾਂ, ਜਿਹੜਾ ਤੁਸੀਂ ਕਹਿ ਰਹੇ ਹੋ, ਉਹ ਸ਼ਾਇਦ ਦੂਸਰਾ ਕਲਾਇੰਟ ਹੋਏਗਾ ਨਾ। ਹਾਂ, ਉਹੀ ਮੈਂ ਮੈਂਸ਼ਨ ਹਾਂ ਕਰ ਰਿਹਾ ਦੀਦੀ। ਮੈਂ ਮਤਲਬ ਆਪਾਂ ਨੂੰ ਨਾ ਹਾਂਜੀ ਆਪਣੇ ਮੈਂ ਉਹੀ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਆਪਣੇ ਕੋਲੇ
ਦੋ ਕਲਾਇੰਟ ਹੈ ਆਪਣੇ ਕੋਲੇ, ਜਾਂ ਕੰਮ ਬਲਕ ਦੇ ਵਿੱਚ ਜ਼ਿਆਦਾ ਹੈ, ਤਾਂ ਥੋੜਾ ਜਿਹਾ ਇਹਨੂੰ ਬਲਕ ਹਾਂ ਥੋੜਾ ਤਵੱਜੋ ਦਿਓ। ਸੀਰੀਅਸਲੀ ਲੋਗੇ ਨਾ, ਤੁਸੀਂ ਇੱਕ ਦੋ ਰਿਕਾਰਡਿੰਗਸ ਕਰ ਲੋਗੇ ਨਾ, ਤੁਹਾਨੂੰ ਬਿਲਕੁਲ ਪ੍ਰੋਬਲਮ ਨਹੀਂ ਆਏਗੀ ਐਂਡ ਯੂ ਕੈਨ ਅਰਨ ਗੁੱਡ ਵਿਦ ਦਿਸ ਪ੍ਰੋਜੈਕਟ। ਇਹ ਪ੍ਰੋਜੈਕਟ ਟਰਾਂਸਕ੍ਰਿਪਸ਼ਨ ਦੇ ਕੰਪੈरेटिवली ਕਾਫੀ ਜ਼ਿਆਦਾ ਈਜ਼ੀ ਹੈ। ਮਤਲਬ ਸੋਚਣ ਨੂੰ ਲੱਗਦਾ ਹੈ ਕਿ ਅਸੀਂ ਕਿੱਥੋਂ ਸਕ੍ਰਿਪਟ ਫੜਾਂਗੇ, ਕਿੱਥੋਂ ਲਵਾਂਗੇ, ਪਰ ਇੰਨੀ ਵੀ ਕੋਈ ਤੁਸੀਂ ਐਕਸਪਰਟ ਨਹੀਂ ਹੋ, ਤੁਸੀਂ ਸਿਰਫ ਕਸਟਮਰ ਸਰਵਿਸ ਵਾਲੇ ਹੋ। ਕਸਟਮਰ ਸਰਵਿਸ ਵਾਲੇ ਨੂੰ ਜਿੰਨੀ ਕੁ ਜਾਣਕਾਰੀ ਹੋਣੀ ਚਾਹੀਦੀ ਉਨੀ ਕੁ ਤੁਹਾਨੂੰ ਸਾਰਿਆਂ ਨੂੰ ਹੈਗੀ ਹੋਈ ਹੈ। ਟਰਾਂਸਕ੍ਰਿਪਸ਼ਨ ਕਰ ਕਰਕੇ ਤੁਸੀਂ ਉਹ ਹੋਰ ਵੀ ਬੜਾ ਕੁਝ ਸਿੱਖ ਲਿਆ ਹੋਏਗਾ। ਹਾਂ ਤੋ ਜਿੱਦਾਂ ਜਿੰਨਾ ਤੁਸੀਂ ਇਹਨੂੰ ਹਾਂ ਜਿੰਨਾ ਜ਼ਿਆਦਾ ਕਰ ਲੋਗੇ ਨਾ, ਯੂ ਵਿਲ ਗੈਟ ਥੀਸ 2 ਮੰਥਸ ਨਾ, ਅਗਲੇ ਤੁਸੀਂ ਅੱਛਾ ਯੂ ਕੈਨ ਅਰਨ ਵੈਰੀ ਗੁੱਡ ਇਸ ਪ੍ਰੋਜੈਕਟ। 2-3 ਸਾਲਾਂ ਤੋਂ ਸੋ ਇਹੀ ਕੁਝ ਕਰ ਰਹੇ ਨੇ ਜੀ, ਟਰਾਂਸਕ੍ਰਿਪਸ਼ਨ ਹੀ ਕਰ ਰਹੇ ਹਾਂ ਆਪਾਂ। ਹਾਂ, ਭਾਬੀ ਜੀ ਹੋਣੀ ਤਾਂ ਚਲੋ। ਇਹ ਸਮਥਿੰਗ ਨਿਊ ਹੈ। ਬਿਲਕੁਲ ਇੱਕ ਆਪਣੀ ਪ੍ਰੋਫਾਈਲ ਵਿੱਚ ਇੱਕ ਹੋਰ ਚੀਜ਼ ਐਡ ਹੋ ਜਾਂਦੀ ਹੈ ਨਾ, ਉਹਦੇ ਬਿਲਕੁਲ ਨਾਲ ਮੰਨ ਲਓ ਟਰਾਂਸਕ੍ਰਿਪਸ਼ਨ ਦਾ ਨਹੀਂ ਆ ਰਿਹਾ ਕੋਈ ਪ੍ਰੋਜੈਕਟ, ਸਿਰਫ ਇਹ ਪ੍ਰੋਜੈਕਟ ਚੱਲ ਰਿਹਾ, ਤਾਂ ਤੁਹਾਨੂੰ ਆਲਰੇਡੀ ਐਕਸਪੀਰੀਅੰਸ ਹੈਗਾ, ਯੂ ਕੈਨ ਡੂ ਇਟ। ਬਿਲਕੁਲ। ਤੇ ਇੱਕ ਨਾ ਕਾਲ ਹੋਈ ਸੀਗੀ ਕਿ ਜਿਹੜਾ ਪ੍ਰੋਜੈਕਟ ਹੈ ਨਾ ਇਹ 6 ਤੋਂ ਮਤਲਬ 10 ਮੰਥ ਤੱਕ ਚੱਲ ਸਕਦਾ, ਮਤਲਬ 6 ਤੋਂ ਲੈ ਕੇ 10 ਮਹੀਨੇ ਤੱਕ, ਮਤਲਬ ਤਕਰੀਬਨ ਸਾਲ ਚੱਲ ਤੱਕ। ਸਕਦਾ, ਹਾਂਜੀ ਹਾਂਜੀ, ਸਾਲ। ਇਹ ਦੇਖੋ, ਇਹ ਫਸਟ ਜੇਕਰ ਮਈ ਤੱਕ ਦਾ ਟਾਰਗੇਟ ਪੂਰਾ ਹੋ ਗਿਆ ਤਾਂ ਫਿਰ ਇਹ ਪ੍ਰੋਜੈਕਟ ਅਗਲੀ ਮਈ ਤੱਕ ਚੱਲਣਾ ਹੈ। ਬਿਲਕੁਲ ਜੇ ਮਈ ਤੱਕ ਦਾ ਟਾਰਗੇਟ ਪੂਰਾ ਹੋ ਗਿਆ ਤਾਂ ਫਿਰ ਅਗਲੀ ਮਈ ਤੱਕ ਚੱਲਣਾ ਹੈ। ਤੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਜਿਹੜੇ ਕਲਾਇੰਟ ਕੋਲ ਅਸੀਂ ਲੈ ਰਹੇ ਹਾਂ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਨਾ, ਅਸੀਂ ਵੀ ਚਾਹਾਂਗੇ ਕਿ ਸਾਨੂੰ 1 ਸਾਲ ਦਾ ਕਲੈਰਿਟੀ ਹੋ ਜਾਏ ਕਿ 1 ਸਾਲ ਇਹ ਕੰਮ ਚੱਲਣਾ ਹੈ। ਤੋ ਜੇ ਆਪਾਂ ਅੱਛਾ ਡਿਲੀਵਰ ਕਰਾਂਗੇ ਤੇ ਸਾਡੇ ਡਿਲੀਵਰ ਕਰਨ ਦੇ ਨਾਲ ਕਲਾਇੰਟ ਦਾ ਕੰਮ ਅੱਛਾ ਡਿਲੀਵਰ ਹੋਏਗਾ ਤੇ ਉਹਨਾਂ ਦਾ ਕੰਮ ਵਧੇਗਾ ਤੇ ਸਾਡਾ ਵੀ ਵਧੇਗਾ। ਬਿਲਕੁਲ ਰਾਈਟ। ਤੇ ਤੁਸੀਂ ਫਿਰ ਗੁਰਸੇਵਕ ਗਰੁੱਪਸ ਬਣਾ ਲਓ ਤੇ ਕਮਿਊਨੀਕੇਟ ਕਰ ਲਓ ਕਿ ਇਹ ਨਾ ਸ਼ੁਰੂ ਕਰ ਦੇਣ, ਤੇ ਜ਼ੈਨਕਾਸਟਰ ਦਾ ਦੱਸ ਦਿਓ ਇੱਕ ਵਾਰੀ ਸਾਰਿਆਂ ਨੂੰ। ਅੱਛਾ ਚਾਹੇ ਚਾਹੇ ਤਾਂ ਛੋਟਾ ਜਿਹਾ ਇੱਕ ਵੀਡੀਓ ਬਣਾ ਕੇ ਨਾ ਜ਼ੈਨਕਾਸਟਰ ਦਾ, ਵੈਸੇ ਤਾਂ ਕੁਝ ਜ਼ਿਆਦਾ ਇਸ਼ੂ ਨਹੀਂ ਹੈਗਾ, ਅੱਛਾ ਫਿਰ ਵੀ ਜੇ ਭਾਵੇਂ। ਚਲੋ ਹਾਂਜੀ ਸੌਰੀ ਮੈਂ ਤੁਹਾਨੂੰ ਕੱਟ ਰਿਹਾ, ਤੇ ਮੈਂ 1 ਮਿੰਟ ਹਾਂਜੀ, ਪ੍ਰੈਜੈਂਟੇਸ਼ਨ ਹੀ ਕਰ ਦਿੰਦਾ ਹੈ, 2 ਮਿੰਟ ਲੱਗਣਗੇ। ਓਕੇ ਓਕੇ, ਠੀਕ ਠੀਕ ਕਰ। ਅੱਜ ਹੁਣੀ ਇਹਦੀ ਪ੍ਰੈਜੈਂਟੇਸ਼ਨ ਕਰਨੀ ਹੈ, ਜ਼ੈਨਸਟਰ ਕਿਸ ਤਰ੍ਹਾਂ ਚੱਲਣਾ ਕਿੱਦਾਂ? ਨਹੀਂ ਭਾਬੀ ਜੀ ਜਸਟ ਰਫਲੀ ਦੱਸ ਦਾਂਗੇ ਕਿ ਇੱਦਾਂ ਇੱਦਾਂ ਹੋਏਗਾ ਆ, ਠੀਕ ਹੈ। ਉਹ ਲੰਬਾ ਨਹੀਂ ਹੈਗਾ, ਮਤਲਬ ਟਰਾਂਸਕ੍ਰਿਪਸ਼ਨ ਵਾਂਗੂ ਨਹੀਂ ਹੈਗਾ ਕਿ ਜ਼ਿਆਦਾ ਇੰਸਟਰਕਸ਼ਨਸ ਆ, ਸਿਰਫ ਇਹ ਦੇਖਣਾ ਵੀ ਓਪਨ ਕਿੱਦਾਂ ਕਰਨਾ ਹੈ ਤੇ ਆਪਰੇਟ ਕਿੱਦਾਂ ਕਰਨਾ ਹੈ। ਮੇਰੀ ਨਾ ਸਕਰੀਨ ਦਿਖ ਰਹੀ ਹੈ ਸਾਰਿਆਂ ਨੂੰ? ਹਾਂਜੀ। ਓਕੇ ਲੌਗਇਨ ਕਰਾਂਗੇ। ਅੱਛਾ ਇੱਕ ਗੱਲ ਹੋਰ, ਇਹ ਨਾ ਆਪਾਂ ਹੁਣ ਕਲਾਸਿਕ ਵਰਜ਼ਨ ਯੂਜ਼ ਕਰ ਰਹੇ ਹਾਂ, ਕਈ ਵਾਰ ਕੀ ਪ੍ਰੋਬਲਮ ਆਉਂਦੀ ਹੈ ਨਾ, ਕਈਆਂ ਦੇ ਪੀਸੀ ਦੇ ਵਿੱਚ ਇਹ ਵਾਲਾ ਚੱਲਦਾ ਨਹੀਂ ਹੈਗਾ, ਠੀਕ ਹੈ, ਜਿਹੜਾ ਮਤਲਬ ਓਰੀਜਨਲ ਵਾਲਾ ਹੈ, ਤਾਂ ਇਹਦੇ ਵਿੱਚ ਆਪਾਂ ਕਲਾਸਿਕ ਯੂਜ਼ ਕਰ ਰਹੇ ਹਾਂ, ਥੋੜਾ ਜਿਹਾ ਇੰਟਰਫੇਸ ਥੋੜਾ ਚੇਂਜ ਹੈ। ਮੇਰੀ ਆਵਾਜ਼ ਆ ਰਹੀ ਹੈ ਨਾ ਸਾਰਿਆਂ ਨੂੰ? ਹਾਂਜੀ ਹਾਂਜੀ ਹਾਂਜੀ। ਓਕੇ ਲੌਗਇਨ ਗੁਰਸੇਵਕ ਜੀ, ਜੇ ਤੁਸੀਂ ਰਿਕਾਰਡ ਕਰ ਰਹੇ ਹੋ ਇਹਨੂੰ ਮਤਲਬ ਫੁੱਲ ਸਕਰੀਨ ਕਰ ਲਓ, ਫਿਰ ਮੇਰੇ ਖਿਆਲ ਨਾਲ ਹਾਫ ਹੋ ਰਹੀ ਹੈ। ਫੁੱਲ ਸਕਰੀਨ ਮੇਰੇ ਖਿਆਲ ਤੁਹਾਡੇ ਫੋਨ ਤੋਂ ਹੋਏਗੀ। ਨਹੀਂ ਦੀਦੀ ਮੈਂ ਨਾ ਰਿਕਾਰਡਿੰਗ ਹਾਫ ਕਰ ਰਿਹਾ ਹੈ, ਤਾਂ ਕਰਕੇ ਨਾ ਪ੍ਰੋਬਲਮ ਆ ਰਹੀ ਹੈ। 1 ਮਿੰਟ, ਕੋਈ ਦਿੱਕਤ ਨਹੀਂ ਹੈਗੀ, ਬਾਕੀ ਤਾਂ ਚਲੋ ਆਪਣੇ ਜਿਹੜੇ ਹੈਗੇ ਨੇ ਉਹਨਾਂ ਸਮਝਾਉਣ ਵਾਸਤੇ ਹੀ ਹੈ, ਠੀਕ ਹੈ। ਇਹ ਵਾਲਾ ਇੰਟਰਫੇਸ ਆਏਗਾ, ਠੀਕ ਹੈ। ਇੱਕ ਪਰਸਨ ਅਕਾਊਂਟ ਓਪਨ ਕਰੇਗਾ ਤੇ ਦੂਜਾ ਉਹਨੂੰ ਇਨਵਾਈਟ ਕਰੇਗਾ। ਜਿੱਦਾਂ ਮੈਂ ਲੌਗਇਨ ਕੀਤਾ, ਸਪੋਜ਼ ਕਰੋ ਮੈਂ ਇੱਥੇ ਨਾਮ ਲਿਖਾਂਗਾ, ਜਿੱਦਾਂ ਮੈਂ ਇੱਥੇ ਜਿਹੜਾ ਨਾਮ ਲਿਖਣਾ ਹੈ ਨਾ, ਉਹ ਕਿਸ ਤਰੀਕੇ ਨਾਲ ਲਿਖਣਾ ਹੈ ਉਹ ਤੁਹਾਨੂੰ ਇੱਕ ਦੱਸ ਦੇਵਾਂਗੇ, ਨੋਮਨਕਲੇਚਰ ਯੂਜ਼ ਕਰਨਾ ਹੈ। ਜਿੱਦਾਂ ਮੈਂ ਉਹ ਬਿਲਕੁਲ ਹਾਂਜੀ ਉਹ ਭੇਜ ਦਾਂਗੇ ਤੁਹਾਨੂੰ। LIC ਬਾਰੇ ਗੱਲ ਕਰਨਾ, ਮੈਂ ਤੇ ਮਨਦੀਪ ਹੈ ਦੀਦੀ ਹੈਗੇ ਆ, ਠੀਕ ਹੈ। ਤਾਂ ਇਸ ਪੈਟਰਨ ਦੇ ਵਿੱਚ ਹੋ ਸਕਦਾ ਹੈ, ਠੀਕ ਹੈ ਨਾ,
ਕੰਪਨੀ ਦਾ ਨਾਮ LIC, ਮਤਲਬ ਜਿਹੜਾ ਟੌਪਿਕ ਹੋਏਗਾ ਇਹ ਜਸਟ ਇਹ ਆਪਣੀ ਉਹਦੇ ਵਾਸਤੇ ਹੈਗਾ ਆ ਕਿ ਥੋੜਾ ਮਤਲਬ ਰਿਕਾਰਡ 'ਚ ਰਹੇ, ਤਾਂ ਇਹ ਪਿੱਛੇ ਹੋਗਾ। ਜਾਂ ਆਪਾਂ ਡੇਟ ਵੀ ਯੂਜ਼ ਕਰ ਸਕਦੇ ਹਾਂ ਵਿੱਚ, ਠੀਕ ਹੈ। ਪਰਸਨ ਦਾ ਨਾਮ ਹੋ ਗਿਆ ਕਿ ਕਿਹੜੇ ਕਿਹੜੇ ਪਰਸਨ ਨੇ, ਠੀਕ ਹੈ। ਕ੍ਰੀਏਟ, ਤੋਂ ਬਾਅਦ ਨਾ ਦੇਖੋ ਹੈਲੋ, ਇਹ ਵੇਵ ਹਾਂਜੀ ਹਾਂਜੀ ਨਹੀਂ, ਇਹ ਵੇਵ ਬਣ ਰਹੀ ਹੈ ਇੱਥੇ ਨਾ, ਬਲਿੰਕ ਕਰ ਰਹੀ ਹੈ, ਦੇਖ ਰਹੇ ਹੋ ਤੁਸੀਂ, ਠੀਕ ਹੈ। ਮੈਂ ਇੱਥੇ ਜਾ ਕੇ ਜਾਂ ਤਾਂ ਮੈਂ ਇੱਥੋਂ ਨਾਮ ਫਿਲ ਕਰਕੇ ਈਮੇਲ ਫਿਲ ਕਰਕੇ ਤੇ ਨਾਮ ਫਿਲ ਕਰਕੇ ਮੈਂ ਇੱਥੋਂ ਇਨਵਾਈਟ ਕਰ ਸਕਦਾ ਹਾਂ, ਜਾਂ ਇੱਕ ਮੇਰੇ ਕੋਲ ਸ਼ਾਰਟਕਟ ਤਰੀਕਾ ਹੈਗਾ ਆ ਕਿ ਮੈਂ ਇੱਥੋਂ ਕਾਪੀ ਲਿੰਕ करके मैं व्हाट्सएप पे शेयर कर सकता है, ठीक है। सपोज पर मैंने व्हाट्सएप पे किसी ने लिंक शेयर करता तो उन्हें मतलब ज्वाइन कर लेना है, सेम इतना ही, ठीक है। तो वो ना नीचे आ जाएगा था, ठीक है। तो मैं रिकॉर्डिंग स्टार्ट कर दूँगा, नीचे वो बोलेगा तो ऊपर इतने ये मेरी वेव लाइन आ रही है। इस तरह रिकॉर्डिंग करनी है। सपोज करो मैं चाहता है कि मेरी गल बंद हो तो वो सामने वाला स्टार्ट करे, या सामने वाला बोल रहा, ठीक है, तो मैं गल स्टार्ट करनी, तो इतों हैंड इरेज कर सकते ऊपर वाला कि मैं मेरी टर्न आएगी। तो मतलब ओवरलैपिंग घट करनी है सारे नाल, मतलब जिन्नी घट तो घट हो सके। राइट, ठीक ठीक। हाँ, तो ऐसा, ठीक है। ये करने तो बाद आपने रिकॉर्डिंग स्टॉप कर देना है। ये देखो इधर ना सर्वर ते अपलोडिंग होएगी, एक ये तो हम सिंगल परसन नहीं हो रही ना, क्योंकि अपने नाल कोई लाइन तो नहीं है, तो उत्थे अपने दो जणिਆਂ ਦੀ करनी है। एक इत्थे आएगी, एक इत्थे आएगी, ठीक है। 100% हो गई है, तो इत्थों कर लो, ठीक है ना। तो मतलब दो इधर, अच्छा एक गल होर, ਜਦੋਂ ਨਾ ਰਿਕਾਰਡਿੰਗ ਸ਼ੇਅਰ ਕਰਨੀ ਹੈ ਨਾ, ਤਾਂ ਆਪਣੇ ਦੋ ਜਣਿਆਂ ਦੀ ਰਿਕਾਰਡਿੰਗ ਸ਼ੇਅਰ ਹੋਏਗੀ, ਮਤਲਬ ਅਲੱਗ-ਅਲੱਗ ਇੱਕ ਕਾਲ ਦੇ ਵਿੱਚ ਦੋ ਰਿਕਾਰਡਿੰਗਾਂ ਹੋਣਗੀਆਂ, ਉਹ ਦੋਨੋਂ ਪਰਸਨ ਅਲੱਗ-ਅਲੱਗ ਬੋਲਣਗੇ, ਠੀਕ ਹੈ। दो वेव फाइल्स ਹਾਂ बनानी। ਬਿਲਕੁਲ, ਠੀਕ ਹੈ। ਤੇ ਅੱਛਾ ਇਹਦੇ ਨਾਲ ਮਤਲਬ ਜਿੱਦਾਂ ਦਾ ਪੈਟਰਨ ਤੁਹਾਨੂੰ ਦੱਸੇਗਾ ਨਾ ਉਹੀ ਯੂਜ਼ ਕਰਨਾ ਹੈ, ਇਸ ਤੋਂ ਇਲਾਵਾ ਕੁਝ ਅਲੱਗ ਨਹੀਂ ਕਰਨਾ ਹੈਗਾ, ਠੀਕ ਹੈ। ਤੇ ਫਿਰ ਨਾ ਇੱਕ ਇੱਦਾਂ ਦੀ ਸ਼ੀਟ ਸ਼ੇਅਰ ਕਰ ਲਵਾਂਗੇ, ਠੀਕ ਹੈ। ਜਿੱਦਾਂ ਜਿੱਦਾਂ ਡੋਮੇਨ ਦਾ ਨੇਮ ਜਰਨਲ ਟਾਕ, ਜਰਨਲ ਕਨਵਰਸੇਸ਼ਨ, ਠੀਕ ਹੈ। ਇਹ ਆਪਣਾ ਜ਼ੈਨਕਾਸਟਰ ਦਾ ਈਮੇਲ ਆਈਡੀ ਆ ਗਿਆ, ਤੇ ਇੱਥੇ ਪਾਸਵਰਡ, ਤੇ ਇਹ ਪੈਟਰਨ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਆਪਣੇ ਐਪੀਸੋਡ ਦਾ ਨਾਮ ਸੇਵ ਕਰਨਾ, ਠੀਕ ਹੈ। ਇਹ ਸਾਰੀ ਡਿਟੇਲ ਫਿਲ ਕਰਨੀ ਹੈ। ਸਿਟੀ ਚੈਨਲ 1, ਅੱਛਾ ਜਿਹੜਾ ਸਪੀਕਰ ਜਾਂ ਜਿਹੜਾ ਫਸਟ ਤੇ ਬੋਲੇਗਾ, ਜਿਹੜਾ ਇਨਵਾਈਟ ਕਰੇਗਾ ਮਤਲਬ ਆਈਡੀ ਅੰਦਰ, ਠੀਕ ਹੈ, ਉਹਦਾ ਸਪੀਕਰ 1 ਰਹੇਗਾ। ਜਿਹੜਾ ਸੈਕਿੰਡ ਪਰਸਨ ਹੋਊਗਾ ਉਹਦਾ ਨਾਮ ਸਪੀਕਰ 2 ਰਹੇਗਾ। ਚੈਨਲ 1 ਚੈਨਲ 2 ਇੱਥੇ, ਓਕੇ। ਤੇ ਮਤਲਬ ਇਹ ਪੈਟਰਨ ਹੈਗਾ ਆ। ਅੱਛਾ ਡਿਊਰੇਸ਼ਨ ਇਹਦੀ ਸੇਮ ਹੋਣੀ ਚਾਹੀਦੀ ਹੈ, ਅਲੱਗ-ਅਲੱਗ ਨਹੀਂ ਹੋਣੀ ਚਾਹੀਦੀ, ਤੇ ਥੋੜੀ ਨੋਇਸ ਦਾ ਧਿਆਨ ਰੱਖਣਾ ਆ, ਠੀਕ ਹੈ। ਤੇ ਹੋਰ ਤਾਂ ਦੀਦੀ ਕੁਛ ਹੈ ਨਹੀਂਗਾ ਦੱਸਣ ਲਈ ਫਿਲਹਾਲ। हाँ जी, बस इतना ही आ, बस इतना ही आ, यही आ। ਨੋਮਨਕਲੇਚਰ ਦੇ ਦਾਂਗੇ, ਇਨਸਟਰਕਸ਼ਨਸ ਵੀ ਇੱਕ ਵਾਰੀ ਤੁਹਾਨੂੰ ਮਿਲ ਜਾਣਗੀਆਂ, ਬਿਲਕੁਲ ਜੀ, ਸੋ ਦੈਟ ਰੈਫਰ ਕਰਨ ਵਾਸਤੇ ਹੈ ਨਾ। ਹਾਂ ਤੇ ਫਿਰ ਸ਼ੁਰੂ ਕਰ ਸਕਦੇ ਹਾਂ ਆਪਾਂ ਨਾ। ਬਿਲਕੁਲ ਜੀ। ਠੀਕ ਹੈ।